ਰਿਆਸਤ ਫਰੀਦਕੋਟ ਦਾ ਇਤਿਹਾਸ ਅਤੇ ਇਤਿਹਾਸਿਕ ਇਮਾਰਤਾਂ। ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਨਵੇਂ ਭਾਗ ਦੇ ਵਿੱਚ, ਭਾਗ 6। ਅੱਜ ਅਸੀਂ ਗੱਲ ਕਰਾਂਗੇ ਇਤਿਹਾਸਿਕ ਪ੍ਰਬੰਧਕੀ ਇਮਾਰਤਾਂ ਦੇ ਬਾਰੇ। ਕਿਲ੍ਹਾ ਅਤੇ ਮਹਿਲ ਹਾਕਮ ਅਤੇ ਉਸਦੇ ਪਰਿਵਾਰ ਦੇ ਰਹਿਣ ਲਈ ਹੁੰਦੇ ਸਨ, ਪਰ ਰਿਆਸਤ ਦਾ ਪ੍ਰਬੰਧਕੀ ਢਾਂਚਾ ਚਲਾਉਣ ਲਈ ਹੋਰ ਅਨੇਕਾਂ ਤਰ੍ਹਾਂ ਦੀਆਂ ਇਮਾਰਤਾਂ ਲੋੜੀਂਦੀਆਂ ਸਨ, ਜਿਵੇਂ ਕਿ ਸੈਕਟਰੀਏਟ, ਗੈਸਟ ਹਾਊਸ, ਅਨਾਜ ਦੇ ਗੋਦਾਮ, ਅਸਤਬਲ, ਫੈਕਟਰੀਆਂ। ਫਰੀਦਕੋਟ ਰਿਆਸਤ ਵਿੱਚ ਇਹਨਾਂ ਸਾਰੇ ਕੰਮਾਂ ਲਈ ਵਰਤੀਆਂ ਜਾਂਦੀਆਂ ਅਨੇਕਾਂ ਇਮਾਰਤਾਂ ਹਜੇ ਵੀ ਬਚੀਆਂ ਹੋਈਆਂ ਹਨ। ਸ਼੍ਰੇਣੀਵਾਰ ਇਹਨਾਂ ਇਮਾਰਤਾਂ ਦਾ ਵੇਰਵਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ। ਸੈਕਟਰੀਏਟ ਜਾਂ ਦਰਬਾਰ ਹਾਲ, ਹੁਣ ਜਿਸ ਵਿੱਚ ਅਦਾਲਤਾਂ ਨੇ, ਫਰੀਦਕੋਟ ਦੀਆਂ ਕਚਹਿਰੀਆਂ ਨੇ, ਸੋ ਇਸ ਦੀ ਗੱਲ ਕਰਦੇ ਹਾਂ। ਰੇਲਵੇ ਸਟੇਸ਼ਨ ਦੇ ਨਜ਼ਦੀਕ ਇਹ ਖੂਬਸੂਰਤ ਇਮਾਰਤ 3 ਭਾਗਾਂ 'ਚ ਵੰਡੀ ਹੋਈ ਹੈ। ਕੇਂਦਰੀ ਬਲਾਕ ਅਤੇ ਇਸ ਦੇ 2 ਹਿੱਸੇ, ਇੱਕੋ ਜਿਹੇ ਉੱਤਰੀ ਅਤੇ ਦੱਖਣੀ ਬਲਾਕ। ਇਮਾਰਤਾਂ ਦਾ ਕੇਂਦਰੀ ਹਿੱਸਾ ਗੁੰਬਦਕਾਰ ਛੱਤ ਵਾਲੀ 8 ਭੁਜਾ ਹਾਲ ਹੈ, ਜਿਸ ਦੇ ਹਰ ਪਾਸੇ ਕਾਰੀਡੋਰ ਹੈ ਜੋ ਅੱਗੇ ਅਨੇਕਾਂ ਕਮਰਿਆਂ ਨਾਲ ਜੁੜੀ ਹੋਈ ਹੈ। ਇਹ ਕੇਂਦਰੀ ਪ੍ਰਬੰਧਕ ਬਲਾਕ ਸੀ। ਵਿਚਲੇ ਹਾਲ ਵਿੱਚ ਇਜਲਾਸ ਖਾਸ ਵਿਸ਼ੇਸ਼ ਮੀਟਿੰਗ ਹੁੰਦੀ ਸੀ। ਇਸ ਵਿੱਚ ਰਾਜਾ, ਉਸ ਦੇ ਪ੍ਰਾਈਵੇਟ ਸਕੱਤਰ ਅਤੇ ਏਡੀਸੀ ਦੇ ਦਫ਼ਤਰ ਸਨ। ਸਕੱਤਰ ਦੇ ਦਫ਼ਤਰ 8 ਭੁਜਾਂ ਲਾਗੇ ਦੁਆਲਾ ਹੁੰਦਾ ਸੀ। ਇਸ ਬਲਾਕ ਦਾ ਪਿਛਲਾ ਹਿੱਸਾ 2 ਮੰਜ਼ਲਾ ਹੈ। ਹੇਠਲੀ ਮੰਜ਼ਲ 'ਤੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਦਫ਼ਤਰ ਸਨ। ਉੱਪਰਲੀ ਮੰਜ਼ਲ 'ਤੇ ਮੁੱਖ ਅਕਾਊਂਟੈਂਟ ਅਤੇ ਮੀਰ ਮੁਨਸ਼ੀ, ਐਡਿਟ ਅਫਸਰ, ਸਕੂਲਾਂ ਦੇ ਇੰਸਪੈਕਟਰ, ਮਕੈਨੀਕਲ ਇੰਜੀਨੀਅਰਿੰਗ ਅਤੇ PWD ਦੇ ਡਰਾਫਟਮੈਨ ਦੇ ਦਫ਼ਤਰ ਸਨ। ਹਰੇਕ ਪਾਸੇ ਵਾਲੇ ਬਲਾਕ ਵਿਚਲਾ ਖੁੱਲ੍ਹਾ ਵਿਹੜਾ ਹੁੰਦਾ ਸੀ, ਜਿਸ ਦੇ ਵਿਚਕਾਰ ਇੱਕ ਫੁਆਰਾ ਹੈ। ਆਲੇ ਦੁਆਲੇ ਕਾਰੀਡੋਰ ਅਤੇ ਕਮਰੇ ਹਨ। ਉੱਤਰੀ ਬਲਾਕ ਵਿੱਚ ਨਿਆਂ ਦੀਆਂ ਅਦਾਲਤਾਂ ਹੁੰਦੀਆਂ ਸਨ ਅਤੇ ਦੱਖਣੀ ਬਲਾਕ ਵਿੱਚ ਮਾਲੀਏ ਸੰਬੰਧੀ ਅਦਾਲਤਾਂ, ਮਿਊਂਸੀਪਲ ਅਤੇ ਕੋਆਪਰੇਟਿਵ ਵਿਭਾਗ ਸਨ। ਸਾਰੀ ਇਮਾਰਤ ਮੁੱਖ ਪ੍ਰਵੇਸ਼ ਦੁਆਰ ਪੱਛਮ ਵੱਲ ਸੀ। ਇਸ ਪ੍ਰਵੇਸ਼ ਦੀਆਂ ਕੰਧਾਂ 'ਤੇ ਲੱਗੇ ਅਲੇਖ ਤੋਂ ਪਤਾ ਲੱਗਦਾ ਹੈ ਕਿ ਇਸ ਦੀਆਂ ਨੀਂਹ 23 ਦਸੰਬਰ 1933 ਦੇ ਦਿਨ ਪੰਜਾਬ ਸਟੇਟ ਦੇ ਗਵਰਨਰ ਜਨਰਲ ਏਜੰਟ ਸਰ ਜੇਮਜ਼ ਫਿਟਜ਼ਪੈਟਰਿਕ ਨੇ ਰੱਖੀ ਸੀ। ਇਸ ਦਾ ਉਦਘਾਟਨ ਰਾਜਾ ਹਰਿੰਦਰ ਸਿੰਘ ਨੇ ਆਪਣੇ ਵਰਸਾਉਣ ਦੇ ਅਵਸਰ 'ਤੇ 18 ਅਕਤੂਬਰ 1934 ਨੂੰ ਕੀਤਾ ਸੀ। ਇੱਕ ਦਿਨ ਪਹਿਲਾਂ ਹੀ ਉਸ ਨੂੰ ਵਰੋਸਿਆ ਗਿਆ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਨੀ ਵੱਡੀ ਇਮਾਰਤ ਦੀ ਉਸਾਰੀ 10 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕੀਤੀ ਗਈ। ਤੁਸੀਂ ਇਸ ਦਾ ਨੀਂਹ ਪੱਥਰ ਦੇਖ ਸਕਦੇ ਹੋ ਫੋਟੋ ਦੇ ਵਿੱਚ, ਸੈਕਟਰੀਏਟ ਓਪਨ ਦਾ, ਜੋ 18 ਅਕਤੂਬਰ 1934 ਦੇ ਦਿਨ ਓਪਨ ਹੋਈ ਸੀ। ਬਾਹਰੋਂ ਦੇਖਣ 'ਤੇ ਸਾਰੀ ਇਮਾਰਤ ਪਿਰਾਮਿਡ ਵਰਗੀ ਦਿਸਦੀ ਹੈ, ਜਿਸ ਦੀ ਸਭ ਤੋਂ ਉੱਚਾ ਭਾਗ ਕੇਂਦਰੀ ਗੁੰਬਦ ਹੈ, ਜੋ ਕਿ 2 ਤਿਹਾਂ ਵਾਲਾ ਹੈ। ਇਸ ਦੇ ਸਿਖਰ 'ਤੇ ਗੁੰਬਦਕਾਰ ਛਤਰੀ ਸ਼ੋਭਦੀ ਹੈ। ਗੈਰ ਧਾਰਮਿਕ ਇਮਾਰਤਾਂ ਉੱਪਰ ਇਸ ਤਰ੍ਹਾਂ ਗੁੰਬਦ ਨਵੀਂ ਗੱਲ ਸੀ। ਸ਼ਾਇਦ ਇਸ ਦੀ ਪ੍ਰੇਰਨਾ ਦਿੱਲੀ ਵਿੱਚ ਉਸਰਵਾਏ ਵਾਇਸਰਾਏ ਦੇ ਮਹਿਲ ਤੋਂ ਮਿਲੀ ਹੈ, ਜੋ ਬ੍ਰਿਟਿਸ਼ ਆਰਕੀਟੈਕਟ ਐਡਵਿਨ ਲੂਟਿਜਨ ਨੇ ਡਿਜ਼ਾਈਨ ਕੀਤੀ ਸੀ। 2 ਵਰ੍ਹੇ ਪਹਿਲਾਂ ਹੀ 1931 ਵਿੱਚ ਸੰਪੂਰਨ ਹੋਇਆ। ਫਰੀਦਕੋਟ ਰਿਆਸਤ ਦੀਆਂ ਇਮਾਰਤਾਂ ਵਿੱਚ ਇਸ ਤਰ੍ਹਾਂ ਦਾ ਗੁੰਬਦ ਸਿਰਫ ਇੱਕ ਹੋਰ ਇਮਾਰਤ ਗੁਰਦੁਆਰਾ 10ਵੀਂ ਪਾਤਸ਼ਾਹੀ ਕੋਟਕਪੂਰਾ ਉੱਪਰ ਹੈ। ਇਸ ਇਮਾਰਤ ਦਾ ਨਕਸ਼ਾ ਸ਼ਿਮਲੇ ਵਸੇ ਜਰਮਨ ਆਰਕੀਟੈਕਟ ਰੀਨਾਲਡ ਹੈਟਜ਼ ਨੇ ਬਣਾਇਆ, ਜੋ ਕਿ ਇਮਾਰਤ ਦੇ ਇੱਕ ਨਕਸ਼ੇ ਉੱਪਰ ਦਰਜ ਹੈ। ਇਸ ਦੀ ਉਸਾਰੀ 'ਤੇ ਲਗਭਗ 35 ਲੱਖ ਰੁਪਏ ਖਰਚ ਆਏ ਸਨ, ਜਦ ਕਿ ਰਿਆਸਤ ਦੀ ਸਾਲਾਨਾ ਆਮਦਨ 20 ਲੱਖ ਰੁਪਏ ਸੀ, ਮਤਲਬ ਕਿ ਇਸ ਦਾ 17.5%। ਗੈਸਟ ਹਾਊਸ ਕੋਠੀ ਦਰਬਾਰਗੰਜ, ਫਰੀਦਕੋਟ। ਇਸ ਇਮਾਰਤ ਵਿੱਚ ਇੱਕ ਮੁੱਖ ਹਾਲ ਅਤੇ ਕਮਰਿਆਂ ਦੀ ਕੁੱਲ 12 ਸੈੱਟਾਂ ਅਤੇ ਸਾਂਝੀ ਰਸੋਈ ਹੈ। ਹਰੇਕ ਕਮਰੇ ਨਾਲ ਬਾਥਰੂਮ ਅਤੇ ਟਾਇਲਟ ਜੁੜਿਆ ਹੋਇਆ ਹੈ। ਆਇਨਾ ਬਰਾੜ ਵੰਸ਼ ਵਿੱਚ ਇਸ ਇਮਾਰਤ ਦਾ ਨਾਂ ਪਰੇਡ ਵਾਲੇ ਬਾਗ ਕੀ ਰਫੀ ਅਲ ਸ਼ਾਨ ਕੋਠੀ ਮਸੂਮਾ ਦਰਬਾਰਗੰਜ ਦਿੱਤਾ ਗਿਆ ਹੈ ਅਤੇ ਇਸ ਨੂੰ ਰਾਜਾ ਬਲਬੀਰ ਸਿੰਘ ਰਾਹੀਂ ਬਣਵਾਇਆ ਗਿਆ ਸੀ। ਇਮਾਰਤਾਂ ਵਿੱਚੋਂ ਸ਼ੁਮਾਰ ਕੀਤਾ ਗਿਆ ਇਸ ਨੂੰ ਰਾਜਾ ਬਲਬੀਰ ਸਿੰਘ ਦੇ ਸਮੇਂ। ਇਸ ਇਮਾਰਤਾਂ ਦੀ ਉਸਾਰੀ ਰਾਜਾ ਬਲਬੀਰ ਸਿੰਘ ਦੀ ਭੈਣ ਬੀਬੀ ਬਲਵੰਤ ਕੌਰ ਦੇ ਵਿਆਹ ਦੀ ਬਰਾਤ ਨੂੰ ਠਹਿਰਨ ਲਈ ਕੀਤੀ ਗਈ ਸੀ। ਇਹ ਵਿਆਹ 24 ਜੂਨ 1898 ਦੇ ਦਿਨ ਹੋਇਆ। ਸ਼ੈਲੀ ਪੱਖੋਂ ਇਹ ਰਾਜ ਮਹਿਲ, ਇਸ ਦੀ ਡਿਊਟੀ ਅਤੇ ਘੰਟਾ ਘਰ ਦੀ ਸ਼ੈਲੀ ਦੇ ਨਾਲ ਮਿਲਦੀ ਜੁਲਦੀ ਹੈ, ਜੋ ਕਿ ਗੋਥਿਕ ਰਿਵਾਈਵਲ ਸ਼ੈਲੀ ਵਿੱਚ ਹੈ। ਪਰ ਇਮਾਰਤਾਂ ਦੇ ਪਿਛਲੇ 6 ਸੈੱਟਾਂ ਬਾਅਦ ਦੇ ਹਨ, ਜਿਨ੍ਹਾਂ ਦੀ ਉਸਾਰੀ ਰਾਜਾ ਹਰਿੰਦਰ ਸਿੰਘ ਨੇ 1945 ਅਤੇ 46 ਦੇ ਵਿੱਚ ਕਰਵਾਈ ਸੀ।
ਮੱਖਣ ਸਿੰਘ ਲਿਖਦਾ ਹੈ ਕਿ ਇਹ ਗੈਸਟ ਹਾਊਸ ਗੁਆਂਢੀ ਰਾਜਾਂ ਦੇ ਹਾਕਮਾਂ ਲਈ ਗਵਰਨਰ ਜਨਰਲ ਏਜੰਟ ਲਈ ਰਾਖਵਾਂ ਸੀ। ਡਾਕ ਬੰਗਲਾ ਫਰੀਦਕੋਟ ਇਹ ਡਾਕ ਬੰਗਲਾ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸੀ, ਜਿੱਥੇ ਹੁਣ ਅਫਸਰਾਂ ਦੇ ਕੁਆਟਰ ਹਨ। ਇਸ ਦੀ ਉਸਾਰੀ ਵੀ ਰਾਜਾ ਬਲਬੀਰ ਸਿੰਘ ਨੇ ਹੀ ਕਰਵਾਈ ਸੀ। ਕੁਝ ਸਮਾਂ ਵਿੱਚ ਇਸ ਵਿੱਚ ਚੀਫ ਜੱਜ ਖਾਨ ਸਾਹਿਬ ਬਹਾਦਰ ਮੌਲਵੀ ਅਬਦੁਲ ਅਜੀਜ਼ ਵੀ ਰਿਹਾ ਕਰਦੇ ਸਨ। ਨਵਾਂ ਗੈਸਟ ਹਾਊਸ ਲਾਲ ਕੋਠੀ ਇਹ ਦਰਬਾਰਗੰਜ ਗੈਸਟ ਹਾਊਸ ਦੇ ਪੱਛਮ ਵੱਲ ਹੈ। ਹੁਣ ਇਸ 'ਤੇ ਲਾਲ ਕਲਾਈ ਕੀਤੀ ਹੋਣ ਕਰਕੇ ਇਸ ਨੂੰ ਲਾਲ ਕੋਠੀ ਵੀ ਕਿਹਾ ਜਾਂਦਾ ਹੈ। ਅਸਲੀ ਹਾਲਤ ਵਿੱਚ ਇਸ ਇਮਾਰਤ ਦੇ ਚਾਰੇ ਪਾਸੇ ਬਾਗ ਸੀ। ਪੱਛਮ ਵੱਲ ਇੱਕ ਤਲਾਅ ਸੀ। ਇਮਾਰਤ ਦੇ ਮੱਥੇ 'ਤੇ ਲੱਗੇ ਅਭਿਲੇਖ ਮੁਤਾਬਕ ਇਸ ਦੀ ਉਸਾਰੀ 1912 ਵਿੱਚ ਕਰਵਾਈ ਗਈ, ਜਦੋਂ ਰਾਜਾ ਬ੍ਰਿਜਿੰਦਰ ਸਿੰਘ ਦੇ ਨਾਂ ਉੱਤੇ ਕੌਂਸਲ ਰਾਜ ਪ੍ਰਬੰਧ ਚਲਾ ਰਿਹਾ ਸੀ। ਇਹ ਰਿਆਸਤ ਵਿੱਚ ਆਏ ਵੱਡੇ ਅਫਸਰਾਂ ਦੇ ਅੰਨ ਭੰਡਾਰਨ, ਜਿਵੇਂ ਕਿ ਇਨਾ ਬਰਾੜ ਵੰਸ਼ ਵਿੱਚ ਲਿਖਿਆ ਹੈ ਕਿ ਰਿਆਸਤ ਵਿੱਚ 5 ਵਰ੍ਹੇ ਲੰਮਾ ਅਕਾਲ ਪਿਆ। ਇਸ ਅਕਾਲ ਦੇ ਟਾਈਮ ਵਰਖਾ ਬਹੁਤ ਘੱਟ ਹੋਈ। ਇਸ ਅਕਾਲ ਨੂੰ ਨਿਪਟਣ ਦਾ ਇੱਕੋ ਇੱਕ ਹੱਲ ਸੀਗਾ ਅੰਨ ਭੰਡਾਰਾਂ ਦੀ ਉਸਾਰੀ ਕਰਨਾ, ਜਿਨ੍ਹਾਂ ਵਿੱਚੋਂ ਮੁਸ਼ਕਿਲ ਸਮੇਂ ਲਈ ਅੰਨ ਸੰਭਾਲਿਆ ਜਾ ਸਕੇ। ਫਰੀਦਕੋਟ ਰਿਆਸਤ ਵਿੱਚ 2 ਅੰਨ ਭੰਡਾਰ ਸਨ। ਇਹਨਾਂ ਵਿੱਚੋਂ ਪਹਿਲੇ ਦੀ ਉਸਾਰੀ 1911 ਵਿੱਚ ਅਤੇ ਦੂਸਰੇ ਦੀ ਉਸਾਰੀ 1946 ਵਿੱਚ ਢੋਆ ਢੁਆਈ ਲਈ ਸਹੂਲਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਦੋਵਾਂ ਦੀ ਉਸਾਰੀ ਰੇਲਵੇ ਸਟੇਸ਼ਨ ਦੇ ਨੇੜੇ ਹੀ ਕੀਤੀ ਗਈ। ਡੇਨ ਗ੍ਰੀਨਰੀਜ਼ ਐਲੀਵੇਟਰ ਫਰੀਦਕੋਟ ਇਹ ਗ੍ਰੀਨਰੀ ਰੇਲਵੇ ਸਟੇਸ਼ਨ ਨੇੜੇ ਫਿਰੋਜ਼ਪੁਰ ਦਿਸ਼ਾ ਵੱਲ ਹੈ, ਜਿਸ ਵਿੱਚ ਹੁਣ ਕੁਝ ਬਿਹਾਰੀ ਪਰਿਵਾਰ ਰਹਿੰਦੇ ਹਨ। ਗ੍ਰੀਨਰੀ ਦੇ ਇੱਕੋ ਲਾਈਨ ਵਿੱਚ 10 ਚੈਂਬਰ ਹਨ। ਇਸ ਦੀਆਂ ਕੰਧਾਂ ਨੂੰ ਬਾਹਰ ਵੱਲ ਤੱਕਣ ਤੋਂ ਬਚਾਉਣ ਲਈ ਇਸ ਦੇ ਨਾਲ ਪੁਸ਼ਤੇ ਉਸਾਰੇ ਹੋਏ ਹਨ। ਇਮਾਰਤ 'ਤੇ ਲੱਗੇ ਅਭਿਲੇਖ ਮੁਤਾਬਕ ਇਸ ਗ੍ਰੀਨਰੀ ਦਾ ਡਿਜ਼ਾਈਨ ਫਰੀਦਕੋਟ ਰਿਆਸਤ ਦੀ ਕੌਂਸਲ ਆਫ ਰੈਜੈਂਸੀ ਪ੍ਰੈਜ਼ੀਡੈਂਟ ਸਰਦਾਰ ਬਹਾਦਰ ਸਰਦਾਰ ਦਿਆਲ ਸਿੰਘ ਮਾਨ ਨੇ ਬਣਵਾਇਆ ਸੀ। ਇਸ ਦਾ ਉਦਘਾਟਨ 2 ਮਾਰਚ 1911 ਦੇ ਦਿਨ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਲੂਈ ਵਿਲੀਅਮ ਡੇਨ ਨੇ ਕੀਤਾ। ਪਰ ਇਹ ਇਮਾਰਤ ਜਿਸ ਦਾ ਮਕਸਦ ਲਈ ਬਣਾਈ ਗਈ ਸੀ, ਉਸ ਲਈ ਢੁਕਵੀਂ ਸਿੱਧ ਨਾ ਹੋਈ। ਇਸ ਗੱਲ 'ਤੇ ਬਾਕੀਪੁਰ ਵਿਖੇ 1886 ਵਿੱਚ ਬਣੀ ਗੋਲਾ ਨਾਂ ਦੀ ਗ੍ਰੀਨਰੀ ਯਾਦ ਆ ਜਾਂਦੀ ਹੈ, ਜਿਸ ਦਾ ਡਿਜ਼ਾਈਨ ਕੈਪਟਨ ਜਹਾਨ ਗ੍ਰਾਸਟਿਨ ਨੇ ਤਿਆਰ ਕੀਤਾ ਸੀ, ਪਰ ਇਸ ਨੂੰ ਵੀ ਵਰਤਣਯੋਗ ਨਹੀਂ ਸੀ ਪਾਇਆ ਗਿਆ। ਅਰਨਾ ਲੈਡ ਸਟੋਰੇਜ ਫਰੀਦਕੋਟ ਇਹ ਤਲਵੰਡੀ ਵਾਲੇ ਰੇਲਵੇ ਫਾਟਕ ਦੇ ਨੇੜੇ ਹੈ। 1970 ਵਿਆਹ ਤੀਕ ਵਰਤੋਂ ਵਿੱਚ ਸੀ, ਹੁਣ ਇਹ ਉਜਾੜ ਪਈ ਹੈ। ਇਸ ਸਟੋਰੇਜ ਦੇ 2 ਬਲਾਕ ਹਨ ਜੋ ਪੌੜੀਆਂ ਦੇ ਨਾਲ ਜੁੜੇ ਹੋਏ ਹਨ। ਹਰ ਬਲਾਕ ਦੀ ਛੱਤ ਥੋੜ੍ਹੀ ਢਾਲ ਵਿੱਚ ਰੱਖੀ ਗਈ ਹੈ ਤਾਂ ਜੋ ਬਾਰਿਸ਼ ਦਾ ਪਾਣੀ ਨਾ ਠਹਿਰ ਸਕੇ। ਇਮਾਰਤ ਦੇ ਦੱਖਣ ਪੂਰਬੀ ਕੋਨੇ ਦੇ ਨੇੜੇ ਲੱਗੇ ਅਭਿਲੇਖ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਨੀਂਹ ਪੱਥਰ 4 ਦਸੰਬਰ 1946 ਦੇ ਦਿਨ ਮੇਜਰ ਜਨਰਲ AC ਅਰਡਰਲੈਡ ਨੇ ਰੱਖਿਆ। ਅਸਤਬਲ ਜਾਂ ਫੀਲਖਾਨਾ ਫਰੀਦਕੋਟ ਜਿਵੇਂ ਘੋੜਿਆਂ ਲਈ ਅਸਤਬਲ ਹੁੰਦਾ ਹੈ, ਹਾਥੀਆਂ ਲਈ ਫੀਲਖਾਨਾ ਹੁੰਦਾ ਸੀ। ਫਾਰਸੀ ਭਾਸ਼ਾ ਵਿੱਚ ਹਾਥੀ ਨੂੰ ਫੀਲ ਕਹਿੰਦੇ ਹਨ। ਫਰੀਦਕੋਟ ਰਿਆਸਤ ਵਿੱਚ ਰਸਮੀ ਅਫਸਰਾਂ ਤੇ ਸ਼ਾਹੀ ਸਵਾਰੀ ਲਈ ਇੱਕ ਹਾਥੀ ਅਤੇ 4 ਹਾਥਣੀਆਂ ਸਨ। ਇਹ ਕਿਤੇ ਰਾਜ ਮਹਿਲ ਦੇ ਨੇੜੇ ਸਥਿਤ ਸੀ। 1906 ਤੇ 7 ਦੀ ਰਿਆਸਤ ਦੇ ਐਡਮਿਨਿਸਟ੍ਰੇਸ਼ਨ ਰਿਪੋਰਟ ਵਿੱਚ ਦਰਜ ਹੈ ਕਿ ਰਾਜ ਮਹਿਲ ਦੀ ਵਲਗਣ ਵਧਾਉਣ ਲਈ ਫੀਲਖਾਨੇ ਦੀਆਂ ਇਮਾਰਤਾਂ ਖਾਲੀ ਕਰ ਦਿੱਤੀਆਂ ਗਈਆਂ ਸਨ। ਇਸ ਦਾ ਮਤਲਬ ਇਹ ਹੈ ਕਿ ਫੀਲਖਾਨਾ ਰਾਜ ਮਹਿਲ ਦੇ ਵਰਤਮਾਨ 4 ਦੀਵਾਰੀ ਦੇ ਅੰਦਰ ਹੀ ਸੀ। ਜਦੋਂ ਇਹ ਇਮਾਰਤਾਂ ਖਾਲੀ ਕਰ ਦਿੱਤੀਆਂ ਗਈਆਂ ਤਾਂ ਹਾਥੀਆਂ ਲਈ ਰਾਜੇ ਦੇ ਹੁਕਮ ਅਤੇ ਡਿਜ਼ਾਈਨ ਮੁਤਾਬਕ ਫਿਊਲ ਗੋਡਾਊਨ ਨੇੜੇ ਇੱਕ ਉੱਚੀ ਛੱਤ ਵਾਲੀ ਇਮਾਰਤ ਬਣਾਈ ਗਈ, ਜਿਸ 'ਤੇ 5255 ਰੁਪਏ ਦੇ 3 ਆਨੇ ਤੇ 9 ਰੁਪਏ ਖਰਚ ਕੀਤੀ ਗਈ। ਅਸਤਬਲ ਇਹ ਕਿਲ੍ਹੇ ਦੇ ਪੱਛਮ ਵੱਲ ਸ਼ਹਿਰ ਦੇ ਸਰਕੂਲਰ ਰੋਡ 'ਤੇ ਸਥਿਤ ਹੈ। 1912 ਵਿੱਚ ਉਸਾਰੇ ਗਏ ਇਸ ਵਲਗਨ ਵਿੱਚ ਮੋਟਰ ਗੈਰੇਜ, ਮੋਟਰ ਮਕੈਨੀਕਲ ਵਰਕਸ਼ਾਪ, ਪਸ਼ੂ ਹਸਪਤਾਲ ਵੀ ਹੈ। ਵਲਗਨ ਦੇ ਚਾਰੇ ਪਾਸੇ ਕੰਧਾਂ ਦੇ ਛੋਟੇ ਵੱਡੇ ਕਮਰੇ ਹਨ, ਜਿਨ੍ਹਾਂ ਦੀ ਵੱਖ-ਵੱਖ ਕੰਮਾਂ ਲਈ ਵਰਤੋਂ ਕੀਤੀ ਜਾਂਦੀ ਸੀ। ਵੇਲੜ ਅਤੇ ਕੁੜਸਾਲਾਂ ਦੇ 2 ਬਲਾਕ ਸਨ। ਇਹ ਸਭ ਲਈ ਪ੍ਰਵੇਸ਼ ਇੱਕ ਖੂਬਸੂਰਤ ਦਰਵਾਜ਼ੇ ਰਾਹੀਂ ਸੀ, ਜਿਸ ਉੱਪਰ ਅੰਗਰੇਜ਼ੀ ਦੀ ਅਤੇ ਗੁਰਮੁਖੀ ਅਤੇ ਉਰਦੂ ਵਿੱਚ ਸ਼ਬਦਾਂ ਦੇ ਨਾਲ ਅਸਤਬਲ ਅਤੇ ਇਸ ਦੀ ਉਸਾਰੀ ਸਾਲ 1912 ਲਿਖਿਆ। ਸੰਨ 1925 ਤੋਂ 28 ਦੌਰਾਨ ਸਰਦਾਰ ਅਤਰ ਸਿੰਘ ਅਸਤਬਲ ਦਾ ਸੁਪਰਡੈਂਟ ਸੀ। ਸਟੱਡ ਸਟੇਬਲਜ਼ ਬੀੜ ਸਿੱਖਾਂ ਵਾਲਾ
ਸਟੱਡ ਸਟੇਬਲਜ਼ ਫਰੀਦਕੋਟ ਤੋਂ 10 ਕੁ ਕਿਲੋਮੀਟਰ ਦੂਰ ਪਿੰਡ ਨਾਥੇਵਾਲਾ ਨਵਾਂ ਦੇ ਨੇੜੇ ਸਥਿਤ ਹੈ। ਇਹ ਇੱਕ ਲੰਮੇ ਸ਼ੈੱਡ ਵਰਗੀ ਇਮਾਰਤ ਹੈ। ਉੱਤਰ ਵਾਲੇ ਪਾਸੇ ਵਿਚਾਲਿਓਂ ਪੌੜੀਆਂ ਚੜ੍ਹਦੀਆਂ ਹਨ। ਫਰੀਦਕੋਟ ਸਟੇਟ ਗਜ਼ਟੀਅਰ ਮੁਤਾਬਕ ਇਸ ਦੀ ਉਸਾਰੀ ਰਾਜਾ ਬ੍ਰਿਜਿੰਦਰ ਸਿੰਘ ਦੀ ਨਾਬਾਲਗੀ ਦੌਰਾਨ ਕਾਉਂਸਲ ਆਫ ਰੀਜੈਂਸੀ ਨੇ ਕਰਵਾਈ ਸੀ, ਪਰ ਡੇਨ ਗ੍ਰੇਨਰੀ ਵਾਂਗੂ ਇਹ ਵੀ ਜਿਸ ਕੰਮ ਲਈ ਬਣਾਈ ਗਈ ਸੀ ਉਸ ਦੇ ਅਨੁਪਯੋਗੀ ਸਿੱਧ ਹੋਈ। ਸੁਰੱਖਿਆ ਪ੍ਰਬੰਧ ਲਈ ਇਮਾਰਤਾਂ ਦੀ ਉਸਾਰੀ। ਪੁਲਿਸ ਸਟੇਸ਼ਨ ਫਰੀਦਕੋਟ। ਇਹ ਲੇਡੀ ਡੇਨ ਰਾਣੀ ਸੂਰਜ ਕੌਰ ਜਨਾਨਾ ਹਸਪਤਾਲ ਦੇ ਨੇੜੇ ਸੀ। 1995 ਵਿੱਚ ਇਸ ਨੂੰ ਢਹਿ ਕੇ ਇਸ ਦੀ ਥਾਂ ਤੇ ਨਵੀਂ ਇਮਾਰਤ ਨੂੰ ਬਣਾ ਦਿੱਤਾ ਗਿਆ। ਐਡਮਿਨਿਸਟ੍ਰੇਸ਼ਨ ਰਿਪੋਰਟ ਵਿੱਚ ਇਸ ਥਾਣੇ ਨੂੰ ਬੈਰੂਨੀ ਥਾਣੇ ਦਾ ਨਾਮ ਨਾਲ ਲਿਖਿਆ ਗਿਆ ਹੈ। ਇਹ ਵੀ ਦਰਜ ਹੈ ਕਿ ਇਸ ਸਮੇਂ ਇਹ ਇਮਾਰਤ ਲਗਭਗ ਪੂਰੀ ਹੋ ਗਈ ਸੀ। ਪੁਲਿਸ ਸਟੇਸ਼ਨ ਕੋਟਕਪੂਰ, ਜੋ ਤੁਸੀਂ ਤਸਵੀਰ 'ਚ ਦੇਖ ਰਹੇ ਹੋ, ਇਹ ਵਰਤਮਾਨ ਪੁਲਿਸ ਸਟੇਸ਼ਨ ਦੀ ਥਾਂ ਤੇ ਹੀ ਸਥਿਤ ਸੀ। ਖੁਸ਼ਕਿਸਮਤੀ ਨਾਲ ਇਸ ਥਾਣੇ ਦੀ ਖੂਬਸੂਰਤ ਇਮਾਰਤ ਦੀ ਇੱਕ ਤਸਵੀਰ ਅਜੇ ਵੀ ਬਚੀ ਹੋਈ ਹੈ। ਕੋਟਕਪੂਰੇ ਨੂੰ ਰਾਜਾ ਵਜ਼ੀਰ ਸਿੰਘ ਨੇ ਥਾਪਿਆ, ਪਰ ਥਾਣੇ ਦੀ ਇਮਾਰਤ ਦੀ ਉਸਾਰੀ ਕਾਉਂਸਲ ਆਫ ਰੀਜੈਂਸੀ ਦੇ ਪ੍ਰਬੰਧ ਸਮੇਂ ਹੋਈ। ਇਸ ਇਮਾਰਤ ਫਰੀਦਕੋਟ ਦਾ ਸਟੇਟ ਗੈਜ਼ਟੀਅਰ ਵਿੱਚ ਵੀ ਜ਼ਿਕਰ ਹੈ, ਜਿਸ ਦਾ ਮਤਲਬ ਹੈ ਕਿ 1915 ਤੋਂ ਪਹਿਲੇ ਪੂਰੀ ਹੋ ਚੁੱਕੀ ਸੀ। ਸਟੇਟ ਜੇਲ੍ਹ ਫਰੀਦਕੋਟ। ਸਟੇਟ ਗੈਜ਼ਟੀਅਰ ਮੁਤਾਬਕ ਸਟੇਟ ਜੇਲ੍ਹ ਸ਼ਹਿਰ ਵਿੱਚ ਹੀ ਸੀ। ਸਥਾਨਕ ਲੋਕ ਦੱਸਦੇ ਹਨ ਕਿ ਇਹ ਜੇਲ੍ਹ ਕਿਲ੍ਹੇ ਦੇ ਦੱਖਣ ਵੱਲ ਕਮਿਆਣੇ ਗੇਟ ਕੋਲ ਸੀ। ਉਪਰੋਕਤ ਗੈਜ਼ਟੀਅਰ ਮੁਤਾਬਿਕ ਵਿੱਚ ਇਹ ਜੇਲ੍ਹ ਇੱਕ ਵਿਸ਼ਾਲ ਇਮਾਰਤ ਸੀ, ਜਿਸ ਵਿੱਚ ਪੰਜਾਬ ਜੇਲ੍ਹ ਮੈਨੂਅਲ ਵਿੱਚ ਪ੍ਰਤੀ ਕੈਦੀ ਲਈ ਨਿਸ਼ਚਿਤ ਥਾਂ ਸੀ। ਇਸ ਵਿੱਚ 198 ਕੈਦੀ ਰੱਖੇ ਜਾ ਸਕਦੇ ਸਨ, ਜਿਨ੍ਹਾਂ ਵਿੱਚੋਂ 20 ਜਨਾਨਾ ਕੈਦੀਆਂ ਲਈ 15 ਕਾਲ ਕੋਠੜੀਆਂ ਸਨ, ਪਰ 1915 ਦੇ ਆਸ-ਪਾਸ ਕੈਦੀਆਂ ਦੀ ਨਿੱਤ ਗਿਣਤੀ 260 ਦੇ ਲਗਭਗ ਸੀ। ਇਸ ਸਮੇਂ ਕੁਝ ਵਾਧੂ ਬੈਰਕਾਂ ਦੀ ਉਸਾਰੀ ਦਾ ਪ੍ਰਬੰਧ ਵੀ ਕੀਤਾ ਗਿਆ, ਜਿਨ੍ਹਾਂ ਵਿੱਚ ਪੇਸ਼ਾਵਰ ਮੁਜਰਮ ਅਤੇ ਬਾਲ ਕੈਦੀਆਂ ਨੂੰ ਅਤੇ ਬਾਕੀ ਕੈਦੀਆਂ ਤੋਂ ਵੱਖਰਾ ਰੱਖਣ ਦਾ ਪ੍ਰਬੰਧ ਹੋਵੇਗਾ। ਜੇਲ੍ਹ ਵਿੱਚ ਕੁਝ ਵਰਕਸ਼ਾਪਾਂ ਸਥਿਤ ਕਰਨ ਦਾ ਵੀ ਵਿਚਾਰ ਸੀ, ਤਾਂ ਕਿ ਕੈਦੀਆਂ ਤੋਂ ਵਿਭਿੰਨ ਤਰ੍ਹਾਂ ਦੇ ਕੰਮ ਲੈ ਜਾਣ ਅਤੇ ਉਹਨਾਂ ਨੂੰ ਰੋਜੀ ਰੋਟੀ ਦੇ ਯੋਗ ਬਣਾਇਆ ਜਾ ਸਕੇ। 1906 ਅਤੇ 7 ਦੀ ਐਡਮਿਨਿਸਟ੍ਰੇਸ਼ਨ ਰਿਪੋਰਟ ਵਿੱਚ ਦਰਜ ਹੈ ਕਿ ਕੈਦੀਆਂ ਲਈ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ ਵੀ ਰੱਖਿਆ ਗਿਆ ਸੀ। ਸੈਂਟਰ ਜੇਲ੍ਹ ਫਰੀਦਕੋਟ। ਮੇਨ ਜੇਲ੍ਹ, ਜੋ ਫਰੀਦਕੋਟ ਦੇ ਹੁਣ ਬਾਰ-ਬਾਰ ਸਥਿਤ ਹੈ। ਸੋ ਇਹ ਜੇਲ੍ਹ ਪਹਿਲਾਂ ਜਿਹੜੀ ਆ ਸ਼ਹਿਰ ਦੇ ਅੰਦਰ ਹੁੰਦੀ ਸੀ। ਇਸ ਬਾਰੇ ਜ਼ਿਕਰ ਕਰਦੇ ਹਾਂ। ਇਹ ਜੇਲ੍ਹ ਸਾਦਿਕ ਰੋਡ 'ਤੇ ਸਥਿਤ ਸੀ। ਕੁਝ ਸਮਾਂ ਪਹਿਲਾਂ ਤੀਕ ਨੂੰ ਇਸ ਜੇਲ੍ਹ ਵਿੱਚ ਜ਼ਿਲ੍ਹੇ ਦੀ ਜੇਲ੍ਹ ਤੌਰ 'ਤੇ ਵਰਤਿਆ ਜਾ ਰਿਹਾ ਸੀ। ਇਹ ਵੱਡੇ 2 ਮੰਜ਼ਿਲ ਦਰਵਾਜ਼ੇ ਵਾਲਾ ਵੱਡਾ ਵਲਗਣ ਹੈ। ਮੱਖਣ ਸਿੰਘ ਮੁਤਾਬਕ ਇਸ ਜੇਲ੍ਹ ਦੀ ਉਸਾਰੀ ਰਾਜਾ ਹਰਿੰਦਰ ਸਿੰਘ ਨੇ ਆਪਣੀ ਨਾਬਾਲਗ ਉਮਰ ਵਿੱਚ 1,58,000 ਰੁਪਏ ਦੀ ਲਾਗਤ ਨਾਲ ਕਰਵਾਈ ਸੀ। ਮਾਡਲ ਕੰਟੋਨਮੈਂਟ ਫਰੀਦਕੋਟ। ਇਹ ਸ਼ਹਿਰ ਦੇ 2 ਕਿਲੋਮੀਟਰ ਦੱਖਣ ਪੱਛਮ ਵੱਲ ਹੈ। ਇਸ ਕੰਟੋਨਮੈਂਟ ਵਿੱਚ ਅਫਸਰਾਂ ਦੇ ਬੰਗਲੇ, ਦਫ਼ਤਰੀ ਬਲਾਕ, ਅਸਲਾਖਾਨਾ, ਬਰੂਦਖਾਨਾ, ਬੈਰਕਾਂ, ਅਸਤਬਲ, ਵਰਕਸ਼ਾਪਾਂ, ਹਸਪਤਾਲ ਅਤੇ ਗੁਰਦੁਆਰਾ ਸਾਹਿਬ ਸ਼ਾਮਲ ਸੀ, ਜਿਨ੍ਹਾਂ ਵਿੱਚੋਂ ਹੁਣ ਸਿਰਫ ਗੁਰਦੁਆਰਾ ਸਾਹਿਬ ਅਤੇ ਹਸਪਤਾਲ ਦੀਆਂ ਇਮਾਰਤਾਂ ਬਚੀਆਂ ਹੋਈਆਂ ਹਨ। ਗੁਰਦੁਆਰਾ ਤਾਂ ਹੁਣ ਵੀ ਗੁਰਦੁਆਰਾ ਹੀ ਹੈ, ਪਰ ਹਸਪਤਾਲ ਦੀ ਥਾਂ ਬਤੌਰ ਅਫਸਰ ਦੀ ਮੈਸ ਹੈ। ਹਸਪਤਾਲ ਦੇ 3 ਵਾਰਡਾਂ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਡੇ ਵਾਰਡ ਵਿੱਚ 8 ਬੈੱਡ ਸੀ। ਬਾਕੀ 2 ਬੈੱਡ ਗੰਭੀਰ ਰੋਗੀਆਂ ਅਤੇ ਅੱਖਾਂ ਦੇ ਮਰੀਜ਼ਾਂ ਲਈ ਸਨ। ਇਹਨਾਂ ਦੇ ਇਲਾਵਾ ਹਸਪਤਾਲ ਵਿੱਚ ਆਪਰੇਸ਼ਨ ਥੀਏਟਰ, ਡਿਸਪੈਂਸਰੀ, ਸਟੋਰ ਵੀ ਸੀ। ਰਿਆਸਤ ਦੀ ਇੱਕ ਪੁਰਾਤਨ ਨਕਸ਼ੇ ਵਿੱਚ ਕੰਟੋਨਮੈਂਟ ਦੇ ਉੱਤਰ ਵੱਲ ਦਰਸਾਈਆਂ 2 ਇਮਾਰਤਾਂ ਰਿਆਸਤ ਦੇ ਕੈਮਲ ਕੌਰ ਲਈ ਸਨ। ਹੁਣ ਇਹਨਾਂ ਵਿੱਚੋਂ ਕੋਈ ਨਹੀਂ ਬਚੀ ਹੋਈ। ਸਟੇਟ ਗੈਜ਼ਟੀਅਰ ਮੁਤਾਬਕ ਇਸ ਕੰਟੋਨਮੈਂਟ ਦੀ ਉਸਾਰੀ 1904 ਵਿੱਚ ਰਾਜਾ ਬਲਵੀਰ ਸਿੰਘ ਨੇ ਕਰਵਾਈ ਸੀ, ਅਤੇ ਇਹਨਾਂ ਵਿੱਚੋਂ ਕੁਝ ਕੁ ਇਮਾਰਤਾਂ ਦੇ ਨਕਸ਼ੇ ਉਸ ਨੇ ਆਪ ਹੀ ਤਿਆਰ ਕੀਤੇ ਸਨ। ਇਸ ਦਾ ਉਦਘਾਟਨ ਜਨਵਰੀ 1905 ਵਿੱਚ ਪੰਜਾਬ ਲੈਫਟੀਨੈਂਟ ਗਵਰਨਰ ਸਰ ਚਾਰਲਸ ਰਵਾਜ ਨੇ ਕੀਤਾ ਸੀ। ਫੈਕਟਰੀਆਂ। ਸਟੇਟ ਡਿਸਟਿਲਰੀ ਫਰੀਦਕੋਟ। ਇਹ ਕੋਟਕਪੂਰੇ ਜਾਣ ਵਾਲੀ ਸੜਕ 'ਤੇ ਸਥਿਤ ਸੀ। ਬਾਅਦ ਵਿੱਚ ਇਸ ਇਮਾਰਤ ਦੀ ਥਾਂ 'ਤੇ ਥਾਣਾ ਸਦਰ ਬਣਾ ਦਿੱਤਾ ਗਿਆ, ਪਰ ਨਵੰਬਰ 2006 ਵਿੱਚ ਇਮਾਰਤ ਨੂੰ ਢੇਕ ਦਿੱਤਾ ਗਿਆ। ਫਰੀਦਕੋਟ ਵਿਖੇ 1879 ਵਿੱਚ ਡਿਸਟਿਲਰੀ ਲਾਉਣ ਦਾ ਜ਼ਿਕਰ ਸਟੇਟ ਗੈਜ਼ਟੀਅਰ ਵਿੱਚ ਮਿਲਦਾ ਹੈ, ਪਰ ਫਰੀਦਕੋਟ ਇਤਿਹਾਸ ਬਾਰੇ ਇਸ ਦਾ ਲੇਖਕ ਪ੍ਰੋਫੈਸਰ ਹਰਬੰਸ ਸਿੰਘ ਡਿਸਟਿਲਰੀ ਦੀ ਉਸਾਰੀ ਕਾਉਂਸਲ ਆਫ ਰੀਜੈਂਸੀ ਕਾਲ ਦੌਰਾਨ ਹੋਇਆ ਲਿਖਦਾ ਹੈ।
ਸ਼ਰਾਬ ਦੀਆਂ ਬੋਤਲਾਂ ਤੇ ਕੁਝ ਬਚੇ ਹੋਏ ਲੇਬਲਾਂ ਤੋਂ ਇਸ ਡਿਸਟਿਲਰੀ ਵਿੱਚ ਬਣਦੀ ਸ਼ਰਾਬ ਦਾ ਅਤੇ ਇਹਨਾਂ ਦੇ ਨਾਵਾਂ ਦਾ ਪਤਾ ਲੱਗਦਾ ਹੈ। ਹਿਮਾਲਯਨ ਕਲੱਬ ਵਿਸਕੀ, ਜੈਚ ਬ੍ਰਾਂਡ ਰਮ, ਫਰੋਕਸ ਰਮ, ਓਰੈਜ ਜਿਨ, ਹਿਮਾਲਯਨ ਵਿਨਯਾਰਡ ਅਤੇ ਬ੍ਰੈਂਡੀ ਦੇ ਮਾਤਰਾ ਦੇ 2 ਲੇਬਲਾਂ ਤੋਂ ਇਹ ਪਤਾ ਲੱਗਦਾ ਹੈ ਕਿ ਸ਼ਰਾਬ ਦੀਆਂ 2 ਪੈਕਿੰਗਾਂ ਅਲੱਗ-ਅਲੱਗ ਮਿਲੀਲੀਟਰਾਂ ਦੇ ਵਿੱਚ ਵਿਕਦੀਆਂ ਸਨ। ਇੱਕ ਹੋਰ ਰੌਚਕ ਗੱਲ ਇਹ ਹੈ ਕਿ ਪਹਿਲੇ ਆਬਕਾਰੀ ਵਿਭਾਗ ਦਾ ਸੁਪਰਡੈਂਟ ਕਾਜੀ ਅਬਦੁਲ ਅਲੀ ਸੀ ਅਤੇ ਫਿਰ ਇੱਕ ਬ੍ਰਾਹਮਣ ਪੰਡਿਤ ਦੁਰਗਾਦਾਸ, ਜੋ ਆਪ ਸ਼ਾਇਦ ਸ਼ਰਾਬ ਵਰਤਦੇ ਹੀ ਨਾ ਹੋਣ। ਸਟਾਰਚ ਫੈਕਟਰੀ ਫਰੀਦਕੋਟ। ਇਹ ਫੈਕਟਰੀ ਤਲਵੰਡੀ ਰੋਡ ਉੱਪਰ ਰੇਲਵੇ ਫਾਟਕ ਦੇ ਨੇੜੇ ਸਥਿਤ ਸੀ, ਜਿਸ ਦਾ ਇੱਕ ਸ਼ੈੱਡ ਹਾਲੇ ਬਚਿਆ ਹੋਇਆ ਹੈ। ਇਸ ਵਿੱਚ ਹੁਣ ਪੰਜਾਬ ਸਟੇਟ ਬਿਜਲੀ ਕਾਰਪੋਰੇਸ਼ਨ ਦਾ ਦਫ਼ਤਰ ਹੈ। ਇੱਕ ਸਰਕਾਰੀ ਰਿਕਾਰਡ ਮੁਤਾਬਕ ਇਹ ਫੈਕਟਰੀ 1940 ਵਿੱਚ ਸਥਾਪਿਤ ਕੀਤੀ ਗਈ ਸੀ। ਫਰੀਦਕੋਟ ਗਲਾਸਵੇਅਰਜ਼ ਫੈਕਟਰੀ ਫਰੀਦਕੋਟ। ਇਹ ਵੀ ਤਲਵੰਡੀ ਰੋਡ 'ਤੇ ਸੀ, ਪਰ ਹੁਣ ਇਸ ਦੀ ਸਿਰਫ ਇੱਕ 23 ਮੀਟਰ ਉੱਚੀ ਚਿਮਨੀ ਬਚੀ ਹੋਈ ਹੈ, ਜਿਸ ਉੱਪਰ ਫਰੀਦਕੋਟ ਗਲਾਸਵੇਅਰਜ਼ ਲਿਖਿਆ ਹੋਇਆ ਹੈ। ਇਹ ਇਲਾਕਾ ਹੁਣ BSF ਦੇ ਅਧੀਨ ਹੈ। ਸਿਕਰਜੂ ਫੈਕਟਰੀ ਫਰੀਦਕੋਟ। ਜਿਸ ਇਮਾਰਤ ਵਿੱਚ ਇਹ ਫੈਕਟਰੀ ਸੀ, ਹੁਣ ਉਸ ਨੂੰ ਅਮਰ ਆਸ਼ਰਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਜੁਬਲੀ ਸਿਨੇਮੇ ਦੇ ਨੇੜੇ ਹੈ। ਇਸ ਇਮਾਰਤ ਦੇ ਥੰਮ੍ਹਲੇ ਇੱਟਾਂ ਦੇ ਨਾ ਹੋ ਕੇ ਲੋਹੇ ਦੇ ਗਾਡਰਾਂ ਦੇ ਸਨ ਅਤੇ ਛੱਤ ਟੀਨ ਦੀਆਂ ਚਾਦਰਾਂ ਦੀ। ਇਮਾਰਤ ਦੀ ਉੱਤਰੀ ਦੀਵਾਰ 'ਤੇ ਹਾਲੇ ਵੀ ਇਸ ਦਾ ਨਾਂ ਨਟ ਬੋਲਟ ਫੈਕਟਰੀ ਦੇ ਚਿੰਨ੍ਹ ਵੇਖੇ ਜਾ ਸਕਦੇ ਹਨ। ਫਰੀਦਕੋਟ ਰਿਆਸਤ ਦੀਆਂ ਉਪਰੋਕਤ ਫੈਕਟਰੀਆਂ ਵਾਂਗੂ ਇਸ ਫੈਕਟਰੀ ਦੀ ਸਥਾਪਨਾ ਵੀ ਰਾਜਾ ਹਰਿੰਦਰ ਸਿੰਘ ਦੇ ਸਮੇਂ ਵਿੱਚ ਕੀਤੀ ਗਈ। ਇਸ ਤੋਂ ਇਲਾਵਾ ਗੱਲ ਕਰਦੇ ਹਾਂ ਫੁਟਕਲ ਇਮਾਰਤਾਂ ਦੀ, ਜੋ ਫਰੀਦਕੋਟ ਦੇ ਵਿੱਚ ਹਨ। ਡੇਵਿਸ ਮਾਡਲ ਐਗਰੀਕਲਚਰ ਫਾਰਮ ਫਰੀਦਕੋਟ ਇਸ ਸ਼ਹਿਰ ਦੀ ਫਿਰਨੀ ਦੇ ਉੱਪਰ ਸਥਿਤ ਹੈ। ਇਸ ਫਾਰਮ ਦਾ ਸਿਰਫ ਮੁੱਖ ਗੇਟ ਹੀ ਹੁਣ ਬਚਿਆ ਹੋਇਆ ਹੈ, ਜਿਸ ਦੇ ਉੱਪਰ ਇਸ ਦਾ ਨਾਂ ਡੇਵਿਸ ਮਾਡਲ ਐਗਰੀਕਲਚਰ ਫਾਰਮ ਐਂਡ ਫਾਰਮਸ ਹਾਊਸ ਲਿਖਿਆ ਹੋਇਆ ਹੈ। ਇਸ ਦਰਵਾਜ਼ੇ 'ਤੇ ਇਸ ਦੇ ਬੁਨਿਆਦ ਬਾਰੇ ਅੰਗਰੇਜ਼ੀ, ਉਰਦੂ, ਗੁਰਮੁਖੀ ਵਿੱਚ ਲਿਖੇ ਅਭਿਲੇਖ ਅਤੇ ਗੁਰਮੁਖੀ ਦੀ ਤਹਿਰੀਰ ਇਸੇ ਤਰ੍ਹਾਂ ਹੈ। ਡੇਵਿਸ ਐਗਰੀਕਲਚਰ ਫਾਰਮ ਫਰੀਦਕੋਟ ਜਾਨੀ ਜ਼ਿਮੀਂਦਾਰਾਂ ਦੇ ਵਾਸਤੇ ਬਹੁਤ ਹੀ ਫਾਇਦੇ ਵਾਲਾ, ਖੇਤੀਬਾੜੀ ਕਰਨ ਅਤੇ ਸੁੱਖ ਦੇਣ ਵਾਲਾ ਘਰ ਦਾ ਨਮੂਨਾ ਤਜਵੀਜ਼ ਕੀਤਾ। ਸ਼੍ਰੀਮਾਨ ਸਰਦਾਰ ਬਹਾਦਰ ਸਰਦਾਰ ਦਿਆਲ ਸਿੰਘ ਸਾਹਿਮਾਨ, ਪ੍ਰੈਜ਼ੀਡੈਂਟ ਕੌਂਸਲ ਰਿਆਸਤ ਫਰੀਦ, ਜਿਸ ਦੀ ਬੁਨਿਆਦ ਸ਼੍ਰੀ ਸ਼ਾਨ ਅਨਰੇਬਲ ਕਰਨਲ HSP ਡੇਵਿਸ ਸਾਹਿਬ ਬਹਾਦਰ ਕਮਿਸ਼ਨ ਤੇ ਸੁਪਰਡੈਂਟ ਜਲੰਧਰ ਦੇ ਰਿਆਸਤ ਦੇ ਪੋਲੀਟੀਕਲ ਏਜੰਟ ਦੇ ਸ਼ੁਭ ਹੱਥੀਂ 8 ਫੱਗਣ ਸੰਮਤ 1966 ਵਿਕਰਮੀ ਮੁਤਾਬਕ 18 ਫਰਵਰੀ 1910 ਈਸਵੀ ਦੇ ਦਿਹਾੜੇ ਰੱਖੀ ਗਈ। ਮੱਖਣ ਸਿੰਘ ਮੁਤਾਬਕ ਇਹ ਫਾਰਮ ਖੇਤੀ ਦੀ ਆਮ ਹਾਲਤ ਸੁਧਾਰਨ ਲਈ ਕਿਸਾਨਾਂ ਨੂੰ ਕਣਕ, ਕਪਾਹ, ਗੰਨਾ ਅਤੇ ਹੋਰ ਫਸਲਾਂ ਦੇ ਚੋਣਵੇਂ ਬੀਜ ਬੀਜਣ, ਸੁਧਾਰੇ ਸੰਦ ਵਰਤਣ, ਆਧੁਨਿਕ ਵਿਗਿਆਨਿਕ ਤਰੀਕਿਆਂ ਦੇ ਪ੍ਰੈਕਟੀਕਲ ਸਿੱਖਣ ਦੇਣ ਲਈ ਸਥਾਪਿਤ ਕੀਤਾ ਗਿਆ। ਇਸ ਦੀ ਦੇਖਭਾਲ ਲਈ ਲਾਇਲਪੁਰ ਐਗਰੀਕਲਚਰ ਕਾਲਜ ਤੋਂ ਸਿੱਖਿਅਤ ਸੁਪਰਡੈਂਟ ਨਿਯੁਕਤ ਕੀਤਾ ਗਿਆ। ਫਾਰਮ ਵਿੱਚ ਡੇਅਰੀ ਅਤੇ ਪੋਲਟਰੀ ਵਿਭਾਗ ਵੀ ਸਨ। ਸਟੇਟ ਪ੍ਰੈਸ ਫਰੀਦਕੋਟ। ਇਹ ਪ੍ਰੈਸ ਰਾਜ ਮੰਡਲ ਦੀ ਡਿਊਟੀ ਤੋਂ ਥੋੜ੍ਹੇ ਜਿਹੇ ਫਾਸਲੇ 'ਤੇ ਸੀ। ਹੁਣ ਇਹ ਇੱਕ ਸਥਾਨਿਕ ਸਰਕਾਰੀ ਪ੍ਰਾਇਮਰੀ ਸਕੂਲ ਦਾ ਹਿੱਸਾ ਹੈ। ਇਮਾਰਤ ਦੀ ਪੂਰਬੀ ਦੀਵਾਰ 'ਤੇ ਉਰਦੂ ਅਤੇ ਗੁਰਮੁਖੀ ਵਿੱਚ ਲਿਖਿਆ ਹੋਇਆ ਹੈ, ਰਿਆਸਤ ਫਰੀਦਕੋਟ ਛਾਪੇਖਾਨੇ ਸੰਮਤ 1954। ਦਰਅਸਲ ਤਰੀਕ ਦੇ ਹਜੇ ਸਾਫ਼ ਨਜ਼ਰ ਨਹੀਂ ਆਉਂਦੇ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਭਿਲੇਖ ਫਰੀਦਕੋਟ ਰਿਆਸਤ ਦੀਆਂ ਇਮਾਰਤਾਂ ਉੱਪਰਲੇ ਅਲੇਖਾਂ ਵਿੱਚੋਂ ਸਭ ਤੋਂ ਪੁਰਾਣਾ ਹੈ। ਸੰਮਤ 1954, 4 ਅਪ੍ਰੈਲ 1997 ਦੇ ਦਿਨ ਸ਼ੁਰੂ ਹੋ ਕੇ 23 ਮਾਰਚ 1898 ਦੇ ਦਿਨ ਖਤਮ ਹੁੰਦਾ ਹੈ। ਇਸ ਸਮੇਂ ਰਾਜਾ ਵਿਕਰਮ ਸਿੰਘ ਗੱਦੀ 'ਤੇ ਸੀ, ਪਰ ਹਰਬੰਸ ਸਿੰਘ ਲਿਖਦਾ ਹੈ ਕਿ ਇਹ ਪ੍ਰੈਸ ਰਾਜਾ ਬਲਬੀਰ ਸਿੰਘ ਦੀ ਰਾਜ ਦੀ ਯਾਦਗਾਰ ਹੈ। ਰਾਜਾ ਬਲਬੀਰ ਸਿੰਘ ਦੀ ਤਖਤਪੋਸ਼ੀ 16 ਦਸੰਬਰ 1898 ਦੇ ਦਿਨ ਹੋਈ ਸੀ। ਇਸ ਲਈ ਸੰਭਵ ਹੈ ਕਿ ਇਮਾਰਤ 'ਤੇ ਲਿਖੀ ਤਰੀਕ ਠੀਕ ਨਹੀਂ ਹੈ। ਤਰੀਕ ਦੇ ਹੱਜਿਆਂ ਦੇ ਲਈ ਫਾਰਸੀ ਅੱਖਰਾਂ ਦੀ ਵਰਤੋਂ ਤੋਂ ਲੱਗਦਾ ਹੈ ਕਿ ਕਾਰੀਗਰ ਮੁਸਲਮਾਨ ਸੀ। ਸ਼ਾਇਦ ਉਸ ਨੂੰ ਸੰਮਤ ਦਾ ਠੀਕ ਸਾਲ ਪਤਾ ਨਹੀਂ ਸੀ। ਇਸ ਪ੍ਰੈਸ ਵਿੱਚ ਦਸੰਬਰ 1902 ਵਿੱਚ ਇਸ ਰਿਆਸਤ ਦਾ ਇਤਿਹਾਸ ਇੰਨਾ ਬਰਾੜ ਵੰਸ਼ ਵਿੱਚ ਛਪਿਆ ਹੈ। ਇਸ ਤੋਂ ਇਲਾਵਾ ਰਿਆਸਤ ਦੇ ਦਫ਼ਤਰ ਵਿੱਚ ਵਰਤੋਂ ਲਈ ਫਾਰਮ ਅਤੇ ਹੋਰ ਆਮ ਸੂਚਨਾਵਾਂ ਵੀ ਇੱਥੇ ਹੀ ਛਾਪੀਆਂ ਜਾਂਦੀਆਂ ਸਨ। ਸਟੇਟ ਵਾਟਰ ਵਰਕਸ ਅਤੇ ਬਿਜਲੀ ਸਪਲਾਈ ਦੀਆਂ ਇਮਾਰਤਾਂ ਸ਼ਹਿਰ ਫਰੀਦਕੋਟ। ਘੰਟਾਘਰ ਦੇ ਉੱਤਰ ਵੱਲ ਸਥਿਤ ਸਟੇਟ ਟਾਵਰ ਵਰਕਸ ਦਾ ਹੁਣ ਸਿਰਫ ਲੋਹੇ ਦਾ ਨਕਾਰਾ ਟੈਂਕ ਹੀ ਬਚਿਆ ਹੈ। ਜਨਰੇਟਰ ਰੂਮ ਦੇ 2 ਹਾਲ ਵੀ ਬਾਕੀ ਹਨ। ਸਟੇਟ ਗੈਸਟੀਅਰ ਮੁਤਾਬਕ ਰਿਆਸਤ ਵਾਟਰ ਵਰਕਸ ਅਤੇ ਇਲੈਕਟ੍ਰੀਕਲ ਸਪਲਾਈ ਸਕੀਮ 1 ਸਾਲ ਤੋਂ ਕੰਮ ਕਰ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਇਹ 1914 ਵਿੱਚ ਬਣਾਏ ਗਏ।
ਉਹਨਾਂ ਸਮਿਆਂ ਵਿੱਚ ਜਦ ਬਿਜਲੀ ਦਾ ਕੋਈ ਕੇਂਦਰੀ ਪ੍ਰਬੰਧ ਨਹੀਂ ਸੀ, ਇੱਥੇ ਭਾਪ 'ਤੇ ਚੱਲਣ ਵਾਲਾ ਹੀ ਜਨਰੇਟਰ ਦਿਨ ਰਾਤ ਚੱਲ ਕੇ ਬਿਜਲੀ ਦੀ ਲੋੜ ਨੂੰ ਪੂਰਾ ਕਰਿਆ ਕਰਦਾ ਸੀ। ਫਰਾਸ਼ਖਾਨਾ ਫਰੀਦਕੋਟ। ਐਡਮਿਨਿਸਟ੍ਰੇਟਿਵ ਰਿਪੋਰਟ ਮੁਤਾਬਕ ਫਰਾਸ਼ਖਾਨਾ ਕਲੀਨਾ ਅਤੇ ਫਰਨੀਚਰ ਦਾ ਗੋਦਾਮ ਸੀ। ਇਹ ਲਾਈਨ ਬਾਜ਼ਾਰ ਵਿੱਚ ਦੋਦਿਆਂ ਵਾਲੀ ਧਰਮਸ਼ਾਲਾ ਨੇੜੇ ਸੀ। ਹੁਣ ਇਸ ਥਾਂ 'ਤੇ ਸਰਕਾਰੀ ਕੁਆਟਰ ਬਣ ਗਏ ਹਨ। ਹੈਂਗਰ ਫਰੀਦਕੋਟ। ਇਹ ਸ਼ਹਿਰ ਦੇ ਉੱਤਰ ਪੱਛਮ ਵੱਲ ਸਥਿਤ ਹੈ। ਲੋਹੇ ਦਾ ਸ਼ੈੱਡ ਹੋਣ ਕਰਕੇ ਇਸ ਦੀਆਂ ਛੱਤਾਂ ਗਲ ਗਈਆਂ ਹਨ। ਅਜੇ ਵੀ ਇਸ ਵਿੱਚ ਕੁਝ ਨਕਾਰਾ ਜਹਾਜ਼ ਖੜ੍ਹੇ ਹਨ ਜਿਸ 'ਤੇ ਰਾਜਾ ਸਵਾਰੀ ਕਰਿਆ ਕਰਦਾ ਸੀ। ਇਸ ਦੀ ਉਸਾਰੀ ਵੀ ਰਾਜਾ ਹਰਿੰਦਰ ਸਿੰਘ ਦੇ ਰਾਜਕਾਲ ਦੌਰਾਨ ਕੀਤੀ ਗਈ। ਪਹਿਲਾਂ ਇਸ ਥਾਂ 'ਤੇ ਰਿਆਸਤ ਦੇ ਕੈਮਲ ਕੋਰ ਦੀ ਇਮਾਰਤ ਸੀ। ਸਟੇਟ ਬੈਂਕ ਹੁਣ ਜ਼ਿਲ੍ਹਾ ਖਜ਼ਾਨਾ ਦਫ਼ਤਰ ਹੈ ਜੋ ਫਰੀਦਕੋਟ। ਇਹ ਸ਼ਹਿਰ ਵਿੱਚ ਹੀ ਰਾਜ ਮਹਿਲ ਦੇ ਸਾਹਮਣੇ ਸਥਿਤ ਹੈ। ਰਿਆਸਤ ਦਾ ਪਹਿਲਾ ਬੈਂਕ 1875 ਵਿੱਚ ਰਾਜਾ ਬਿਕਰਮ ਸਿੰਘ ਨੇ ਸ਼ੁਰੂ ਕੀਤਾ, ਜਿਸ ਦਾ ਨਾਂ ਸ਼੍ਰੀ ਗੋਬਿੰਦ ਸ਼ਿਵ ਸ਼ੰਕਰ ਬੈਂਕ ਸੀ। ਐਡਮਿਨਿਸਟ੍ਰੇਸ਼ਨ ਰਿਪੋਰਟ ਮੁਤਾਬਕ ਇਹ ਬੈਂਕ 1 ਲੱਖ ਰੁਪਏ ਦੀ ਪੂੰਜੀ ਨਾਲ ਖੋਲ੍ਹਿਆ ਗਿਆ ਸੀ। 1920 ਵਿੱਚ ਰਿਆਸਤ ਨੇ ਬੈਂਕਾਂ ਨੂੰ 3 ਲੱਖ ਰੁਪਏ ਦੀ ਰਕਮ ਉਪਲਬਧ ਕਰਵਾਈ। ਬੈਂਕਾਂ ਵੱਲੋਂ ਮਾਲੀਆ ਮੈਂਬਰਾਂ ਦੀ ਸਿਫਾਰਸ਼ 'ਤੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਹੁੰਡੀ 'ਤੇ ਰਕਮ ਅਗਾਊ ਉਧਾਰ ਦਿੱਤੀ ਜਾਂਦੀ ਸੀ। ਕਿਸਾਨਾਂ ਨੂੰ ਖੇਤੀਬਾੜੀ ਲਈ ਕਰਜ਼ਾ ਵੀ ਦਿੱਤਾ ਜਾਂਦਾ ਸੀ। ਇਹ 2 ਮੰਜ਼ਿਲਾ ਇਮਾਰਤ ਹੈ ਜਿਸ ਵਿੱਚ ਖਜ਼ਾਨੇ ਲਈ ਭੂਮੀਗਤ ਸੈੱਲ ਵੀ ਹੈ। ਉੱਪਰਲੀ ਮੰਜ਼ਿਲ ਸ਼ਾਇਦ ਮੈਨੇਜਰ ਦੀ ਰਿਹਾਇਸ਼ ਲਈ ਹੋਵੇਗੀ। ਪੂਰਬੀ ਕੰਧ ਦੇ ਅੰਦਰਲੇ ਪਾਸੇ ਅੰਗਰੇਜ਼ੀ ਦੇ ਅੱਖਰਾਂ ਵਿੱਚ ਅਭਿਲੇਖ ਲਿਖਿਆ ਹੋਇਆ ਹੈ। ਇਹ ਸੀ ਅੱਜ ਦਾ ਫਰੀਦਕੋਟ ਦਾ ਇਤਿਹਾਸ, ਜਿਹੜਾ ਤੁਸੀਂ ਫਰੀਦਕੋਟ ਦੇ ਵਿੱਚ ਬਣੀਆਂ ਵੱਖ-ਵੱਖ ਇਮਾਰਤਾਂ ਨੂੰ ਦੇਖਦੇ ਹੋ। ਆਪਾਂ ਰੋਜ਼ ਇਹਨਾਂ ਇਮਾਰਤਾਂ ਦੇ ਵਿੱਚ ਆਪਣੇ ਸਰਕਾਰੀ ਕੰਮਾਂ ਕਾਜਾਂ ਲਈ ਜਾਂਦੇ ਹਾਂ, ਪਰ ਆਪਾਂ ਨੂੰ ਇਹਨਾਂ ਇਮਾਰਤਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਕਿ ਇਹ ਕਿਸ ਸਮੇਂ ਅਤੇ ਕਿਹੜੇ ਰਾਜੇ ਵੱਲੋਂ ਬਣਾਈਆਂ ਗਈਆਂ ਨੇ। ਸੋ ਤੁਹਾਡੇ ਨਾਲ ਅੱਜ ਦੀ ਇਹ ਜਾਣਕਾਰੀ ਸਾਂਝੀ ਕੀਤੀ ਆ। ਉਮੀਦ ਕਰਦਾ ਕਿ ਤੁਹਾਨੂੰ ਇਹ ਜਾਣਕਾਰੀ ਤੋਂ ਕਾਫੀ ਲਾਭ ਮਿਲਿਆ ਹੋਵੇਗਾ। ਸੋ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਜ਼ਰੂਰ ਸ਼ੇਅਰ ਕਰੋ, ਤਾਂ ਜੋ ਤੁਹਾਨੂੰ ਫਰੀਦਕੋਟ ਦੇ ਰਿਆਸਤ ਦੀਆਂ ਪੁਰਾਣੀਆਂ ਇਮਾਰਤਾਂ ਅਤੇ ਇਤਿਹਾਸਿਕ ਜਗ੍ਹਾਵਾਂ ਦੇਖਣ ਨੂੰ ਦੁਬਾਰਾ ਮਿਲ ਸਕਣ। ਸੋ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ।